1984 ਦੇ ਮੇਨ ਵਿਕਟਮ ਜਿਹੜਾ ਆ ਉਹ ਕਾਂਗਰਸ ਨੂੰ ਠਹਿਰਾਉਂਦੀ ਆ ਅਕਾਲੀ ਦਲ। ਅੱਜ ਤੁਸੀਂ ਖੁਦ ਹੀ ਆਵਾਜ਼ ਚੁੱਕ ਰਹੇ ਹੋ। ਆਵਾਜ਼ ਚੁੱਕਣ ਤੋਂ ਬਾਅਦ ਸਾਨੂੰ ਖਮਿਆਜਾ ਮਿਲਿਆ ਜੀ। ਕਾਂਗਰਸ ਹਾਈ ਕਮਾਂਡ ਦੀ ਲੀਡਰਸ਼ਿਪ ਨੇ ਹਲਕਾ ਟੌਂਚਾਂ ਲਾ ਕੇ ਦਬਾਅ ਬਣਾਉਣਾ ਸ਼ੁਰੂ ਕਰਤਾ ਵੀ ਤੁਸੀਂ ਕੌਣ ਹੁੰਦੇ ਜੇ ਗੱਲ ਕਰਨ ਵਾਲੇ। ਸਾਡੇ ਸੁਣ ਦੇ ਵਿੱਚ ਆਇਆ ਸੀ ਕਿ ਮਿਸਿਸ ਸੋਨੀਆ ਗਾਂਧੀ ਜੀ ਨੇ ਇੱਕ ਸੁਨੇਹਾ ਥੱਲੇ ਭੇਜਿਆ ਕਿ ਜਿਹੜਾ ਅਗਲਾ ਫੇਸ ਹੋਊਗਾ ਚੰਨੀ ਨਹੀਂ ਕੋਈ ਹੋਰ ਹੋਊਗਾ। ਅਸੀਂ ਉਹਨਾਂ ਨੂੰ ਇੱਕ ਸੁਣਾਇਆ, ਆਪਣਾ ਸੁਝਾਅ ਭਾਈਚਾਰੇ ਵੱਲੋਂ ਸਮੁੱਚੇ ਵੱਲੋਂ ਭੇਜਿਆ ਵੀ ਮੈਡਮ ਤੁਸੀਂ ਇਹ ਚੀਜ਼ ਨਾ ਕਰਿਓ, ਕਿਉਂਕਿ ਪਹਿਲਾਂ ਹੀ ਸਾਡੇ ਨਾਲ 84 ਦੇ ਵਿੱਚ ਪੰਜਾਬ ਦੇ ਨਾਲ ਭਾਣਾ ਵਰਤ ਚੁੱਕਾ। ਔਰ ਜੇ ਦੂਜੀ ਵਾਰ ਤੁਸੀਂ ਕਹਿ ਕੇ ਸਾਡੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਂਦੇ ਤਾਂ ਅਸੀਂ ਸਮਝਾਂਗੇ ਸਾਡੇ ਨਾਲ ਇਸ ਤੋਂ ਵੱਡਾ ਹੋਰ ਧੋਖਾ ਕੋਈ ਨਹੀਂ ਆ। 10 ਸਾਲ ਤਾਂ ਪਹਿਲਾਂ ਵਰਤਿਆ ਗਿਆ ਵੀ ਤੁਸੀਂ ਮਰਜ਼ੀ ਵੜੇ ਹੋ, ਤੁਸੀਂ ਇਹ ਚੀਜ਼ ਨੂੰ ਵੇਖੋਗੇ, ਮਾਝੇ ਨੂੰ ਸੰਭਾਲੋਗੇ, ਸਾਡਾ ਸਾਥ ਦਿਓਗੇ। ਔਰ ਜਦੋਂ ਸਾਡਾ ਸਾਥ ਦੇਣ ਦੀ ਵਾਰੀ ਆਈ, ਸਮੁੱਚੇ ਮਾਝੇ ਦੀ ਲੀਡਰਸ਼ਿਪ ਵਿਰੋਧੀਆਂ ਦੇ ਨਾਲ ਰਲ ਕੇ ਮਜੀਠਾ ਕਾਂਗਰਸ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ। ਇਹਦੇ ਵਿੱਚ ਇਕੱਲੇ ਨਵਜੋਤ ਸਿੰਘ ਸਿੱਧੂ ਦਾ ਕਰਕੇ ਨਹੀਂ ਜੀ, ਮੈਂ ਮੰਨੂਗਾ ਜੀ ਇਹਦੇ ਵਿੱਚ ਰਾਹੁਲ ਗਾਂਧੀ ਦਾ ਕਰਕੇ ਵੀ ਪਾਰਟੀ ਦੇ ਵਿੱਚ ਪਾਰਟੀ ਖੇਰੂ ਹੋ ਰਹੀ ਆ। ਰਾਹੁਲ ਗਾਂਧੀ ਜੀ ਕਹਿ ਰਹੇ ਨੇ ਮੈਂ ਪੂਰੇ ਸਮੁੱਚੇ ਦੇਸ਼ ਨੂੰ ਚਲਾਉਣਾ। ਮੈਂ ਉਹਨਾਂ ਨੂੰ ਪੁੱਛਣਾ ਚਾਹ ਰਿਹਾ ਵੀ ਤੁਸੀਂ ਇੱਕ ਐਸੇ ਬੰਦੇ ਨੂੰ ਜਿਹਨੂੰ ਪਤਾ ਨਹੀਂ ਸਿਸਟਮ ਔਰ ਪੰਜਾਬ ਨੂੰ ਕਿਵੇਂ ਲੈ ਕੇ ਚੱਲਣਾ, ਪੰਜਾਬ ਦੀ ਭਾਵਨਾਵਾਂ ਨੂੰ ਕਿਵੇਂ ਸਮਝਣਾ, ਤੁਸੀਂ ਸਾਰੀ ਵਾਗਡੋਰ ਉਸ ਇਕੱਲੇ ਬੰਦੇ ਦੇ ਹੱਥ ਦੇ ਰਹੇ ਹੋ। ਇਹਦਾ ਮਤਲਬ ਰਾਹੁਲ ਗਾਂਧੀ ਜੀ ਨੂੰ ਨਹੀਂ ਪਤਾ ਕਿ ਪੰਜਾਬ ਦੀ ਸੂਬੇ ਦੀ ਸਿਆਸਤ ਕੀ ਆ, ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਕੀ ਆ। ਪਾਰਟੀ ਕਾਂਗਰਸ ਦੀ ਹੋਵੇ ਤੇ ਫਿਰ ਤਾਂ ਤੁਹਾਡੇ ਤੇ ਮਾਮਲੇ ਦਰਜ ਹੁੰਦੇ। ਹੁਣ ਕੀ ਲੱਗਦਾ ਨਹੀਂ ਹੈ ਕਿ ਮਿਲੀ ਭੁਗਤੀ ਹੈ ਜਿਹੜੇ ਤੁਹਾਡੇ ਤੇ ਮਾਮਲੇ ਦਰਜ ਕੀਤੇ ਗਏ ਸੀਗੇ? ਪਰਚੀਆਂ ਦੇ ਨਾਲ, ਡਰਾ ਦੇ ਨਾਲ, ਦਬਾਅ ਦੇ ਨਾਲ, ਇਹ ਉਹਨਾਂ ਦੀ ਆਪਣੀ ਨੀਤੀ ਸੀ ਸਾਨੂੰ ਖਤਮ ਕਰਨ ਦੀ। ਗੱਲ ਕਰਨ ਤੋਂ ਬਾਅਦ ਤੁਹਾਨੂੰ ਸਿੱਧੀਆਂ ਧਮਕੀਆਂ ਆ ਰਹੀਆਂ ਕਿ ਅਸੀਂ ਤੁਹਾਡੇ ਨਾਲ ਵੇਖਾਂਗੇ ਗਵਰਨਮੈਂਟ ਆਉਣ ਤੇ ਤੁਸੀਂ ਇਹ ਗੱਲ ਕਿਉਂ ਚੁੱਕੀ। ਤਾਂ ਸਾਡਾ ਇਹਨਾਂ ਦੇ ਵਿੱਚ ਰਹਿਣ ਦਾ ਮਤਲਬ ਕੋਈ ਨਹੀਂ ਹੈ ਜੀ। ਹੁਣ ਵਿਧਾਨ ਸਭਾ 2022 ਦੀਆਂ ਚੋਣਾਂ ਨੂੰ ਲੈ ਕੇ ਇੱਕ ਵਾਰ ਫਿਰ ਤੋਂ 1984 ਦਾ ਜਿਹੜਾ ਮੁੱਦਾ ਹੈ ਉਹ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਅੱਜ ਅੰਮ੍ਰਿਤਸਰ ਦੇ ਪ੍ਰੈਸ ਕਲੱਬ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਹੀ ਖੁਦ 1984 ਨੂੰ ਲੈ ਕੇ ਜਿਹੜੀ ਹੈ ਉਹ ਆਵਾਜ਼ ਜਿਹੜੀ ਆ ਉਹ ਚੁੱਕੀ ਗਈ ਹੈ। ਗੱਲਬਾਤ ਕਰਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਉਂਕਿ ਲਗਾਤਾਰ ਹੀ ਵੱਡੇ ਅਹੁਦਿਆਂ ਤੇ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਨੂੰ ਜੋ ਸੀਗੇ ਉਹ ਦੇ ਕੇ ਨਵਾਜੇ ਜਾ ਰਹੇ ਸੀਗੇ, ਲੇਕਿਨ ਇਸ ਲਈ ਆਵਾਜ਼ ਜਿਹੜੀ ਆ ਉਹ ਜਸਮਿੱਤਰ ਸਿੰਘ ਹੁਣਾਂ ਵੱਲੋਂ ਚੁੱਕੀ ਗਈ ਸੀਗੀ। ਭਾਜੀ ਕੀ ਕਹਿਣਾ ਚਾਹੋਗੇ? 1984 ਦੇ ਮੇਨ ਵਿਕਟਮ ਜਿਹੜਾ ਆ ਉਹ ਕਾਂਗਰਸ ਨੂੰ ਠਹਿਰਾਉਂਦੀ ਆ ਅਕਾਲੀ ਦਲ। ਅੱਜ ਤੁਸੀਂ ਖੁਦ ਹੀ ਆਵਾਜ਼ ਚੁੱਕ ਰਹੇ ਹੋ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਜੀ, ਇਹ ਜਿਹੜੀ ਆਵਾਜ਼ ਸੀ ਅੱਜ ਤੋਂ 2 ਤੋਂ 2.5 ਮਹੀਨੇ ਪਹਿਲਾਂ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਚੁੱਕਤੀ ਸੀ ਅਸੀਂ। ਉਸ ਤੋਂ ਬਾਅਦ ਆਵਾਜ਼ ਚੁੱਕਣ ਤੋਂ ਬਾਅਦ ਸਾਨੂੰ ਖਮਿਆਜਾ ਮਿਲਿਆ ਜੀ। ਕਾਂਗਰਸ ਹਾਈ ਕਮਾਂਡ ਦੀ ਲੀਡਰਸ਼ਿਪ ਨੇ ਹਲਕਾ ਟੌਂਚਾਂ ਲਾ ਕੇ ਦਬਾਅ ਬਣਾਉਣਾ ਸ਼ੁਰੂ ਕਰਤਾ ਵੀ ਤੁਸੀਂ ਕੌਣ ਹੁੰਦੇ ਜੇ ਗੱਲ ਕਰਨ ਵਾਲੇ। ਉਸ ਵਕਤ ਸਾਡੀ ਗੱਲ ਕਰਨ ਦਾ ਮਕਸਦ ਇਹ ਸੀ ਕਿ ਚੰਨੀ ਆਪਣੇ ਜਿਹੜਾ 22 ਦਾ ਫੇਸ ਆ ਤੁਸੀਂ ਕਿਹਨੂੰ ਦੇ ਰਹੇ ਹੋ, ਚੰਨੀ ਜੀ ਨੂੰ ਦੇ ਰਹੇ ਹੋ ਜਾਂ ਕਿਸੇ ਹੋਰ ਨੂੰ ਦੇ ਰਹੇ ਹੋ। ਸਾਡੇ ਸੁਣ ਦੇ ਵਿੱਚ ਆਇਆ ਸੀ ਕਿ ਮਿਸਿਸ ਸੋਨੀਆ ਗਾਂਧੀ ਜੀ ਨੇ ਇੱਕ ਸੁਨੇਹਾ ਥੱਲੇ ਭੇਜਿਆ ਕਿ ਜਿਹੜਾ ਅਗਲਾ ਫੇਸ ਹੋਊਗਾ ਚੰਨੀ ਨਹੀਂ ਕੋਈ ਹੋਰ ਹੋਊਗਾ। ਤੇ ਅਸੀਂ ਉਹਨਾਂ ਨੂੰ ਇੱਕ ਸੁਣਾਇਆ, ਆਪਣਾ ਸੁਝਾਅ ਭਾਈਚਾਰੇ ਵੱਲੋਂ ਸਮੁੱਚੇ ਵੱਲੋਂ ਭੇਜਿਆ ਵੀ ਮੈਡਮ ਤੁਸੀਂ ਇਹ ਚੀਜ਼ ਨਾ ਕਰਿਓ, ਕਿਉਂਕਿ ਪਹਿਲਾਂ ਹੀ ਸਾਡੇ ਨਾਲ 84 ਦੇ ਵਿੱਚ ਪੰਜਾਬ ਦੇ ਨਾਲ ਭਾਣਾ ਵਰਤ ਚੁੱਕਾ। ਔਰ ਜੇ ਦੂਜੀ ਵਾਰ ਤੁਸੀਂ ਕਹਿ ਕੇ ਸਾਡੇ ਮੋਢੇ ਤੇ ਬੰਦੂਕ ਰੱਖ ਕੇ ਚਲਾਉਂਦੇ ਤਾਂ ਅਸੀਂ ਸਮਝਾਂਗੇ ਸਾਡੇ ਨਾਲ ਇਸ ਤੋਂ ਵੱਡਾ ਹੋਰ ਧੋਖਾ ਕੋਈ ਨਹੀਂ ਆ। ਇਹ ਸਾਡਾ ਸੁਨਾਹ ਜੇ, ਇਹ ਸਾਡਾ ਮੈਸੇਜ ਜੇ, ਇਹ ਚੀਜ਼ ਨਾ ਸਟੈਪ ਚੁੱਕਿਓ ਜੀ ਤੁਸੀਂ। ਲੇਕਿਨ ਹਮੇਸ਼ਾ ਹੀ ਅਕਾਲੀ ਦਲ ਤੁਹਾਨੂੰ ਖਾਸ ਤੌਰ ਤੇ ਕਾਂਗਰਸ ਨੂੰ ਜਿਹੜੀ ਜ਼ਿੰਮੇਵਾਰ ਠਹਿਰਾਉਂਦੀ ਹੈ 1984 ਨੂੰ ਲੈ ਕੇ। ਵੱਡੇ ਅਹੁਦਿਆਂ ਤੇ ਬਿਠਾਇਆ ਜਾਂਦਾ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਨੂੰ। ਕੀ ਲੱਗਦਾ ਹੈ ਕਿ ਪਾਰਟੀ ਲਈ ਜਾਂ ਖਾਸ ਤੌਰ ਤੇ ਪੰਜਾਬ ਲਈ ਇਹ ਹਮੇਸ਼ਾ ਹੀ ਸੈਟਬੈਕ ਰਿਹਾ ਹੈ ਕਿ ਜਦੋਂ ਵੀ ਚੋਣਾਂ ਆਉਂਦੀਆਂ ਨੇ ਉਦੋਂ ਹੀ ਇਹ ਮੁੱਦਾ ਉਛਾਲਿਆ ਜਾਂਦਾ ਬੜਾ ਜ਼ੋਰ ਸ਼ੋਰਾਂ ਦੇ ਨਾਲ? ਇਹ ਮੁੱਦਾ ਤਾਂ ਓਪੋਜੀਸ਼ਨ ਵਾਲੇ ਉਛਾਲਦੇ ਸੀ। ਮੇਰਾ ਤਾਂ ਇੱਕ ਸੁਝਾਅ ਸੀ ਉਹਨਾਂ ਨੂੰ ਕਿ ਇਹ ਚੀਜ਼ ਨਾ ਕਰੀਏ। ਪੰਜਾਬ ਦੇ ਮੱਥੇ ਦੇ ਕਲੰਕ ਪਹਿਲਾਂ ਲੱਗਾ ਵਾ, ਆਪਣੇ ਤੁਹਾਡੇ ਜਰੀਏ ਪੰਜਾਬ ਦੇ ਆਪਣੇ ਕਾਂਗਰਸ ਦੇ ਮੱਥੇ ਦੇ ਕਲੰਕ ਪਹਿਲਾਂ ਲੱਗਾ ਹੋਇਆ ਵਾ। ਹੁਣ ਦੂਜਾ ਕਲੰਕ ਭਾਈਚਾਰੇ ਦੇ ਉੱਪਰ ਤੁਸੀਂ ਨਾ ਮਤਲਬ ਥੋਪ ਦਿਓ। ਲੇਕਿਨ ਜਸਮਿੱਤਰ ਜੀ, ਬੀਤੇ ਦਿਨ ਦੀ ਗੱਲ ਹੈ, ਤੁਸੀਂ ਮਜੀਠੇ ਹਲਕੇ ਤੋਂ ਜੋ ਹੈ ਉਹ ਕਰਦੇ ਪਏ ਹੋ, ਰਿਪਰੈਜ਼ੈਂਟ ਕਰਦੇ ਹੋ। ਕੀ ਲੱਗਦਾ ਹੈ ਕਿ ਲਾਲੀ ਮਜੀਠੀਆ ਜਿਹੜਾ ਨੇ ਉਹਨਾਂ ਵੱਲੋਂ ਵੀ ਛੱਡੀ ਗਈ, ਆਪਣੇ ਚੇਅਰਮੈਨ ਹੀ ਛੱਡੀ ਗਈ, ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਇਆ ਜਾ ਰਿਹਾ ਹੈ। ਤੁਸੀਂ ਵੀ ਲੰਮਾ ਚਿਰ ਉਹਨਾਂ ਨਾਲ ਸਾਥ ਦਿੱਤਾ ਆ, ਬੜੇ ਪਰਚੇ ਵੀ ਦਰਜ ਹੋਏ ਤੁਹਾਡੇ। ਕੀ ਲੱਗਦਾ ਕਿ ਕਾਂਗਰਸ ਪਾਰਟੀ ਆਪਣਾ ਜੋ ਰੋਡ ਮੈਪ ਸੀਗਾ ਉਹੀ ਤਿਆਰ ਨਹੀਂ ਕਰ ਪਾਈ 2022 ਨੂੰ ਲੈ ਕੇ? 2017 ਤੋਂ ਲੈ ਕੇ 5 ਸਾਲ ਜਿਹੜਾ ਕੰਮ ਕੀਤਾ ਗਿਆ, ਵਰਕਰਾਂ ਦੇ ਨਾਲ ਮੁਲਾਕਾਤ ਹੀ ਨਹੀਂ ਕਰ ਪਾਈ। ਵੇਖੋ, ਮੈਂ ਬਾਰ-ਬਾਰ ਅਸੀਂ ਆਪਣੇ ਮਜੀਠੇ ਹਲਕੇ ਦੀ ਹੀ ਗੱਲ ਕਰਦੇ ਰਹੇ ਹਾਂ। ਸਾਨੂੰ 10 ਸਾਲ ਤਾਂ ਪਹਿਲਾਂ ਵਰਤਿਆ ਗਿਆ ਵੀ ਤੁਸੀਂ ਮਰਜ਼ੀ ਵੜੇ ਹੋ, ਤੁਸੀਂ ਇਹ ਚੀਜ਼ ਨੂੰ ਵੇਖੋਗੇ, ਮਾਝੇ ਨੂੰ ਸੰਭਾਲੋਗੇ, ਸਾਡਾ ਸਾਥ ਦਿਓਗੇ। ਔਰ ਜਦੋਂ ਸਾਡਾ ਸਾਥ ਦੇਣ ਦੀ ਵਾਰੀ ਆਈ, ਸਮੁੱਚੇ ਮਾਝੇ ਦੀ ਲੀਡਰਸ਼ਿਪ ਵਿਰੋਧੀਆਂ ਦੇ ਨਾਲ ਰਲ ਕੇ ਮਜੀਠਾ ਕਾਂਗਰਸ ਦਾ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ। ਰੋਡ ਮੈਪ ਦੀ ਜਿਹੜੀ ਗੱਲ ਆ ਜੀ, ਇਹਨਾਂ ਕੋਲ ਰੋਡ ਮੈਪ ਤਿਆਰ ਨਹੀਂ ਹੋ ਸਕਿਆ ਕਿ ਕਿਹੜੇ ਬੰਦੇ ਨੂੰ ਕਿੱਥੇ ਰੱਖਣਾ ਔਰ ਕੀ ਕਰਨਾ ਜੀ। ਕੀ ਲੱਗਦਾ ਹੈ ਕਿ ਤੁਸੀਂ ਵੀ ਹੁਣ ਕਾਂਗਰਸ ਨੂੰ ਬਾਏ ਕਰ ਦੋਗੇ ਜੇਕਰ ਇਹੀ ਚੀਜ਼ਾਂ ਰਹੀਆਂ? ਕਿਉਂਕਿ 2022 ਦੇ ਜਿਹੜੀਆਂ ਚੋਣਾਂ ਨੇ ਹੁਣ ਕੁਝ ਹੀ ਸਮਾਂ ਰਹਿ ਗਿਆ ਆ, ਲੇਕਿਨ ਕਿਹਾ ਹੀ ਜਾ ਰਿਹਾ ਕਿ ਜੋ ਸੀਐਮ ਦਾ ਚਿਹਰਾ ਆ ਉਹ ਚਰਨਜੀਤ ਸਿੰਘ ਚੰਨੀ ਨਹੀਂ ਹੋਏਗਾ, ਇਲੈਕਸ਼ਨਸ ਤੋਂ ਬਾਅਦ ਕਲੀਅਰ ਹੋਏਗਾ।
ਬਿਲਕੁਲ ਜੀ, ਉਹ ਚੀਜ਼ ਤਾਂ ਉਹਨਾਂ ਕਲੀਅਰ ਕਰ ਦਿੱਤੀ ਆ ਕਿ ਜਿਹੜਾ ਬਾਈ ਦਾ ਚਿਹਰਾ ਸੀਐਮ ਚੰਨੀ ਨਹੀਂ ਹੋਣਗੇ, ਹੋਰ ਕੋਈ ਹੋਊਗਾ। ਕਿਹੜਾ ਹੁੰਦਾ ਇਹਦੇ ਬਾਰੇ ਪਤਾ ਨਹੀਂ। ਇਸ ਕਰਕੇ ਮੈਂ ਪੀਸੀ ਦੇ ਵਿੱਚ ਪਹਿਲਾਂ ਅਨਾਉਂਸ ਕਰ ਚੁੱਕਾ ਵੀ ਜਿਹੜੇ ਸਾਡੇ ਤੇ ਦਬਾਅ ਪਾਇਆ ਜਾ ਰਿਹਾ, ਇਸ ਕਰਕੇ ਸਾਡਾ ਵੀ ਹੁਣ ਕਾਂਗਰਸ ਦੇ ਵਿੱਚ ਦਮ ਘੁੱਟਣਾ ਸ਼ੁਰੂ ਹੋ ਚੁੱਕਾ ਕਿ ਕਾਂਗਰਸ ਦਾ ਕੋਈ ਡਿਸਪਲਿਨ ਨਹੀਂ ਆ, ਕੋਈ ਨਿਸ਼ਾਨਾ ਨਹੀਂ ਹੈ, ਕੀ ਕਰਨਾ, ਕਿਸ ਤਰੀਕੇ ਨਾਲ ਕਰਨਾ। ਨਵਜੋਤ ਸਿੰਘ ਸਿੱਧੂ ਔਰ ਕੁਝ ਲੀਡਰਾਂ ਦਾ ਕਰਕੇ ਕਾਂਗਰਸ ਦਾ ਸਾਰਾ ਤਾਣਾ ਬਾਣਾ ਵਿਗੜ ਚੁੱਕਾ ਵਾ, ਜਿਹੜਾ ਹੁਣ ਕਦੀ ਸੰਭਾਲਿਆ ਨਹੀਂ ਜਾ ਸਕਦਾ ਜੀ। ਇੱਕ ਹੋਰ ਗੱਲ ਹੈ ਜੀ, ਬੀਜੇਪੀ ਨੇ ਜੋ ਹਮੇਸ਼ਾ ਹੀ ਗੱਲ ਕੀਤੀ ਹੈ ਕਿ ਉਹੀ 1984 ਦੇ ਵਿਕਟਮਸ ਨੂੰ ਜਿਹੜੀ ਆ ਸਜ਼ਾ ਦਿਵਾ ਸਕਦੇ ਨੇ। ਇੱਥੇ ਗੱਲਬਾਤ ਹੁੰਦੀ ਸੀਗੀ ਕਿ 1984 ਦੇ ਜਦੋਂ ਇੱਥੇ ਪ੍ਰੈਸ ਕਾਨਫਰੰਸ ਕੀਤੀ ਗਈ ਬੀਜੇਪੀ ਦੇ ਬੜੇ ਲੀਡਰਾਂ ਤੋਂ, ਉਹ ਕਹਿੰਦੇ ਕਿ ਬਰਗਾੜੀ ਦੇ ਮੁੱਦੇ ਤੇ ਵੀ ਅਗਰ ਇਹ ਸਜ਼ਾ ਕੋਈ ਦਿਵਾ ਸਕਦਾ ਸਿਰਫ ਬੀਜੇਪੀ ਦਿਵਾ ਸਕਦੀ। ਤੁਸੀਂ ਇਸ ਚੀਜ਼ ਨੂੰ ਇਤਫਾਕ ਰੱਖਦੇ ਹੋ ਕਿ ਵਾਕਈ ਬੀਜੇਪੀ ਦਿਵਾ ਸਕਦੀ, ਜਿਸ ਤਰ੍ਹਾਂ ਦਿੱਲੀ ਦੇ ਵਿੱਚ ਉਹਨਾਂ ਵੱਲੋਂ ਜਿਹੜੇ ਮੇਨ ਕਲਪ੍ਰਿਟ ਸੀਗੇ ਉਹਨਾਂ ਨੂੰ ਸਜ਼ਾ ਦਿਵਾਈ ਗਈ ਹੈ? ਵੇਖੋ, ਜੇ ਤਾਂ ਉਹ ਪੰਜਾਬ ਦੇ ਵਿੱਚ ਪੰਜਾਬ ਦੇ ਪੰਥ ਦੇ ਦੋਖੀਆਂ ਨੂੰ ਜਾਂ ਪੰਜਾਬ ਦੇ ਨੁਕਸਾਨ ਕਰਨ ਵਾਲਿਆਂ ਨੂੰ, ਮਹਾਰਾਜ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਂਦੀ ਆ ਤੇ ਉਹ ਤੇ ਪੰਜਾਬ ਲਈ ਫਿਰ ਚੰਗੀ ਹੋਊਗੀ। ਪਰ ਇਹ ਉਹਨਾਂ ਦੀ ਆਪਣੀ ਸੋਚ ਆ ਵੀ ਉਹ ਕੀ ਕਰਦੇ ਨੇ। ਕਹਿੰਦੇ ਤੇ ਸਾਰੇ ਨੇ ਵੀ ਪੰਜਾਬ ਲਈ ਅਸੀਂ ਇਦਾਂ ਕਰਾਂਗੇ, ਪੰਜਾਬ ਲਈ ਅਸੀਂ ਇਦਾਂ ਕਰਾਂਗੇ, ਪਰ ਅਜੇ ਤੱਕ ਪੰਜਾਬ ਲਈ ਕਰਦੇ ਕੁਝ ਨਹੀਂ ਹੈ ਕੋਈ ਵੀ। ਲੇਕਿਨ ਜਸਪਿੰਦਰ ਜੀ, ਤੁਸੀਂ ਜਿਸ ਤਰ੍ਹਾਂ ਕਹਿੰਦੇ ਹੋ ਤੁਹਾਡਾ ਦਮ ਘੁੱਟ ਰਿਹਾ, ਕਾਂਗਰਸ ਦੇ ਕਈ ਵੱਡੇ ਲੀਡਰ ਸੀਗੇ ਉਹ ਦਮ ਘੁੱਟਦੇ ਹੋਏ ਦੂਸਰੀਆਂ ਪਾਰਟੀਆਂ 'ਚ ਸ਼ਾਮਲ ਹੁੰਦੇ ਨਜ਼ਰ ਆਏ। ਰਾਣਾ ਗੁਰਜੀਤ ਸੋਢੀ ਨੇ, ਉਹ ਦੇਖੋ ਵੱਡੇ ਅਹੁਦੇ ਤੇ ਸੀਗੇ, ਉਹ ਛੱਡ ਕੇ ਬੀਜੇਪੀ 'ਚ ਸ਼ਾਮਲ ਹੋ ਗਏ। ਕੀ ਲੱਗਦਾ ਹੈ ਕਿ ਹੁਣ ਸਿਰਫ ਇੱਕ ਨਵਜੋਤ ਸਿੰਘ ਸਿੱਧੂ ਕਰਕੇ ਹੀ ਜਿਹੜੀ ਪਾਰਟੀ ਜਿਹੜੀ ਉਹ ਬਿਲਕੁਲ ਖੇਰੂ ਹੋ ਗਈ ਔਰ ਵਾਕਈ ਦਮ ਘੁੱਟ ਰਿਹਾ ਸਾਰਿਆਂ ਦਾ? ਇਹਦੇ ਵਿੱਚ ਇਕੱਲੇ ਨਵਜੋਤ ਸਿੰਘ ਸਿੱਧੂ ਦਾ ਕਰਕੇ ਨਹੀਂ ਜੀ, ਮੈਂ ਮੰਨੂਗਾ ਜੀ ਇਹਦੇ ਵਿੱਚ ਰਾਹੁਲ ਗਾਂਧੀ ਦਾ ਕਰਕੇ ਵੀ ਪਾਰਟੀ ਦੇ ਵਿੱਚ ਪਾਰਟੀ ਖੇਰੂ ਹੋ ਰਹੀ ਆ। ਰਾਹੁਲ ਗਾਂਧੀ ਜੀ ਕਹਿ ਰਹੇ ਨੇ ਮੈਂ ਪੂਰੇ ਸਮੁੱਚੇ ਦੇਸ਼ ਨੂੰ ਚਲਾਉਣਾ। ਮੈਂ ਉਹਨਾਂ ਨੂੰ ਪੁੱਛਣਾ ਚਾਹ ਰਿਹਾ ਵੀ ਤੁਸੀਂ ਇੱਕ ਐਸੇ ਬੰਦੇ ਨੂੰ ਜਿਹਨੂੰ ਪਤਾ ਨਹੀਂ ਸਿਸਟਮ ਔਰ ਪੰਜਾਬ ਨੂੰ ਕਿਵੇਂ ਲੈ ਕੇ ਚੱਲਣਾ, ਪੰਜਾਬ ਦੀ ਭਾਵਨਾਵਾਂ ਨੂੰ ਕਿਵੇਂ ਸਮਝਣਾ, ਤੁਸੀਂ ਸਾਰੀ ਵਾਗਡੋਰ ਉਸ ਇਕੱਲੇ ਬੰਦੇ ਦੇ ਹੱਥ ਦੇ ਰਹੇ ਹੋ। ਇਹਦਾ ਮਤਲਬ ਰਾਹੁਲ ਗਾਂਧੀ ਜੀ ਨੂੰ ਨਹੀਂ ਪਤਾ ਵੀ ਪੰਜਾਬ ਦੀ ਸੂਬੇ ਦੀ ਸਿਆਸਤ ਕੀ ਆ, ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਕੀ ਆ। ਲੇਕਿਨ ਕੈਪਟਨ ਅਮਰਿੰਦਰ ਸਿੰਘ ਜੋ ਨੇ, ਜਦੋਂ ਉਹਨਾਂ ਨੂੰ ਪਾਰਟੀ ਤੋਂ ਕੱਢਿਆ ਗਿਆ ਜਾਂ ਪਾਰਟੀ ਉਹਨਾਂ ਨੇ ਛੱਡੀ, ਉਸ ਤੋਂ ਬਾਅਦ ਆਪਣੀ ਪਾਰਟੀ ਦਾ ਵੀ ਉਹਨਾਂ ਨੇ ਅਨਾਉਂਸਮੈਂਟ ਕਰਤੀ। ਕੀ ਲੱਗਦਾ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਉਹ ਕੰਮ ਕਰ ਸਕਦੇ ਪੰਜਾਬ ਵਾਸਤੇ, ਜੋ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਵੀ ਕਾਂਗਰਸ ਵਿੱਚ ਦਮ ਘੁੱਟਦਾ ਨਜ਼ਰ ਆ ਰਿਹਾ ਤੁਹਾਡਾ? ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਸੋਚ ਆ ਜੀ, ਉਹ ਪੰਜਾਬ ਲਈ ਕੀ ਕਰ ਸਕਦੇ ਨੇ ਜਾਂ ਜੋ ਉਹਨਾਂ ਨੇ ਪਹਿਲੇ ਸਾਲ ਦਿੱਤੇ ਸੀਗੇ 2017 ਤੋਂ ਲੈ ਕੇ 2022 5 ਮਹੀਨੇ ਰਹਿ ਗਏ ਸੀਗੇ। ਲੇਕਿਨ ਕੀ ਲੱਗਦਾ ਕਿ ਜੇ ਦੁਬਾਰਾ ਉਹਨਾਂ ਨੂੰ ਮੌਕਾ ਮਿਲਦਾ ਤੇ ਲੱਗਦਾ ਕੁਝ ਕਰ ਸਕਦੇ? ਦੇਖੋ, ਮੈਂ ਫਿਰ ਉਹੀ ਗੱਲ ਕਹਿ ਰਿਹਾ, ਸਾਡੇ ਮਜੀਠੇ ਵਾਲਿਆਂ ਲਈ ਤਾਂ ਸਾਰੇ ਹੀ ਸਾਈਡ ਤੇ ਹੋ ਗਏ ਸੀ। ਸਾਨੂੰ ਵਰਤ ਕੇ 10 ਸਾਲ ਸਾਨੂੰ ਵਰਤ ਕੇ, ਸਾਨੂੰ ਯੂਜ਼ ਕਰਕੇ, ਸਾਨੂੰ ਮਰਜੀਵੜੇ ਦਾ ਖਿਤਾਬ ਦੇ ਕੇ, ਸਾਡੇ ਦੁਆਰਾ ਹੀ ਬਿਕਰਮ ਸਿੰਘ ਮਜੀਠੀਆਂ ਨੂੰ ਹਲਕੇ ਵਿੱਚ ਡਕਵਾ ਕੇ ਆਪਣੀਆਂ ਕੁਰਸੀਆਂ ਲੈ ਲਈਆਂ। ਬਾਅਦ ਵਿੱਚ ਜਦੋਂ ਸਾਨੂੰ ਲੋੜ ਪਈ ਮਜੀਠੇ ਵਾਲਿਆਂ ਨੂੰ, ਉਦੋਂ ਸਾਰੇ ਕਿਨਾਰੇ ਕਰ ਗਏ ਜੀ। ਲੇਕਿਨ ਪਾਰਟੀ ਕਾਂਗਰਸ ਦੀ ਹੋਵੇ ਤੇ ਫਿਰ ਤਾਂ ਦੁਬਾਰਾ ਤੁਹਾਡੇ ਤੇ ਮਾਮਲੇ ਦਰਜ ਹੁੰਦੇ ਹੁਣ। ਕੀ ਲੱਗਦਾ ਨਹੀਂ ਹੈ ਮਿਲੀ ਭੁਗਤੀ ਹੈ ਜਿਹੜੇ ਤੁਹਾਡੇ ਤੇ ਮਾਮਲੇ ਦਰਜ ਕੀਤੇ ਗਏ ਸੀਗੇ? ਇਹ ਬਿਲਕੁਲ 100% ਮਿਲੀ ਭੁਗਤ ਸੀ। ਮਿਲੀ ਭੁਗਤ ਇਸ ਕਰਕੇ ਸੀ ਕਿ ਜਿਹੜੇ ਮਜੀਠੇ ਦੇ ਵਰਕਰ, ਸਪੋਰਟਰ ਸਾਥੀ ਨੇ, ਉਹਨਾਂ ਨੂੰ ਕੰਮ ਤੋਂ ਡੱਕਣ ਲਈ ਕਿ ਇਹਨਾਂ ਨੂੰ ਇੱਥੇ ਹੀ ਖਤਮ ਕਰ ਦਈਏ, ਪਰਚਿਆਂ ਦੇ ਨਾਲ, ਡਰਾ ਦੇ ਨਾਲ, ਦਬਾਅ ਦੇ ਨਾਲ। ਇਹ ਉਹਨਾਂ ਦੀ ਆਪਣੀ ਨੀਤੀ ਸੀ ਸਾਨੂੰ ਖਤਮ ਕਰਨ ਦੀ। ਲੱਗਦਾ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦੇ ਵਿੱਚ ਕੁਝ ਚੰਗਾ ਕਰ ਸਕਦੇ, ਕਿ ਲੱਗਦਾ ਕਿ ਕਾਂਗਰਸ ਖਤਮ ਹੁੰਦੀ ਹੈ ਤੁਹਾਨੂੰ ਵੀ ਨਜ਼ਰ ਆ ਰਹੀ ਹੈ? ਚੰਗਾ ਹੀ ਹੋ ਰਿਹਾ ਜੀ, ਜਿਹੜੇ ਮਤਲਬ ਮੈਂ ਵੀ ਤੁਹਾਨੂੰ ਚੰਗਾ ਹੀ ਦੱਸ ਰਿਹਾ ਉਹਨਾਂ ਦਾ ਵੀ ਜਿਨ੍ਹਾਂ ਦੀ ਵਜ੍ਹਾ ਦੇ ਕਰਕੇ ਪਾਰਟੀ ਦਾ ਨੁਕਸਾਨ ਹੋ ਰਿਹਾ, ਇਹੋ ਜਿਹਾ ਚੰਗਾ ਕਰ ਰਹੇ ਨੇ ਉਹ। ਮਜੀਠੀਆ ਵਰਗਾ ਜੋ ਲੀਡਰ ਸੀਗਾ, ਕੀ ਲੱਗਦਾ ਕਿਤੇ ਨਾ ਕਿਤੇ ਕਾਂਗਰਸ ਨੂੰ ਬਹੁਤ ਵੱਡਾ ਝਟਕਾ ਦੇ ਕੇ ਗਏ ਨੇ? ਕਿਉਂਕਿ 44 ਸਾਲ ਦੀ ਉਹਨਾਂ ਦੀ ਜਿਹੜਾ ਸੀਗਾ ਕਾਂਗਰਸ ਪਾਰਟੀ ਨੂੰ ਦੇਣ ਸੀਗੀ, ਉਹ ਕੰਮ ਕੀਤਾ ਸੀ 44 ਸਾਲ ਉਹਨਾਂ ਨੇ। ਤੁਹਾਨੂੰ ਲੱਗਦਾ ਕਿ ਕੁਛ ਨਾ ਕੁਛ ਫਰਕ ਪਏਗਾ ਮਜੀਠੀਆ? ਬਿਲਕੁਲ, ਲਾਲੀ ਮਜੀਠੀਆ ਇੱਕ ਨਿਧੜਕ ਜਰਨੈਲ ਸੀ ਉਸ ਸਮੇਂ ਦੇ ਵਿੱਚ। ਬਾਅਦ ਵਿੱਚ ਉਹਨਾਂ ਦੀਆਂ ਕੀ ਮਜਬੂਰੀਆਂ ਬਣੀਆਂ, ਪਾਰਟੀਆਂ ਨੇ ਉਹਨਾਂ ਨੂੰ ਕਿਉਂ ਵੱਖੋਂ ਪਰੋਖਾ ਕੀਤਾ, ਉਹਨਾਂ ਆਪਣੀ ਕੁਝ ਮਜਬੂਰੀ ਦੀ ਵਜ੍ਹਾ ਦੇ ਕਰਕੇ ਉਹਨਾਂ ਨੇ ਪਾਰਟੀ ਛੱਡੀ। ਉੱਥੇ ਉਹਨਾਂ ਦੀ ਆਪਣੀ ਸੋਚ ਆ ਜੀ। ਹੁਣ ਤੁਸੀਂ ਵੀ ਪਾਰਟੀ ਛੱਡੋਗੇ ਅਗਰ ਨਹੀਂ ਕੋਈ ਸੁਣਵਾਈ ਹੁੰਦੀ ਜਾਂ ਜਿਹੜੇ ਵੱਡੇ ਅਹੁਦਿਆਂ ਤੇ ਬਿਠਾਇਆ ਜਾ ਰਿਹਾ 1984 ਦੇ ਵਿਕਟਮਸ ਨੂੰ, ਉਹਨਾਂ ਜੇ ਨਹੀਂ ਛੱਡਦੇ ਤੇ ਤੁਸੀਂ ਵੀ ਪਾਰਟੀ ਛੱਡਣ ਲਈ ਤਿਆਰ ਹੋ? ਬਿਲਕੁਲ ਜੀ। ਵੇਖੋ, ਜਦੋਂ 84 ਦੀ ਗੱਲ ਕਰਨ ਤੋਂ ਬਾਅਦ ਤੁਹਾਨੂੰ ਸਿੱਧੀਆਂ ਧਮਕੀਆਂ ਆ ਰਹੀਆਂ ਕਿ ਅਸੀਂ ਤੁਹਾਡੇ ਨਾਲ ਵੇਖਾਂਗੇ ਗਵਰਨਮੈਂਟ ਆਉਣ ਤੇ, ਵੀ ਤੁਸੀਂ ਇਹ ਗੱਲ ਕਿਉਂ ਚੁੱਕੀ? ਪਰ ਸਾਡਾ ਇਹਨਾਂ ਦੇ ਵਿੱਚ ਰਹਿਣ ਦਾ ਮਤਲਬ ਕੋਈ ਨਹੀਂ ਹੈ ਜੀ। ਹੁਣ ਕਿੱਧਰ ਮੂਵ ਹੋਣ ਦੀ ਤਿਆਰੀ ਹੈ? ਕਿਉਂਕਿ ਲਗਾਤਾਰ ਹੀ ਜੇਕਰ ਪਾਰਟੀ ਨਹੀਂ ਜੁਆਇਨ ਕਰੋਗੇ ਤੇ ਆਮ ਬੰਦੇ ਦਾ ਤੇ ਜੀਣਾ ਤੁਹਾਨੂੰ ਪਤਾ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਪੰਜਾਬ 'ਚ। ਮੈਂ ਉੱਪਰ ਵੀ ਇਹ ਗੱਲ ਕਹਿ ਚੁੱਕਾ, ਜਿਹੜਾ ਸਾਡੇ ਸਮਾਜ ਦੀ, ਸਾਡੇ ਪੰਥ ਦੀ, ਸਾਡੀਆਂ ਧਾਰਮਿਕ ਮੁਸ਼ਕਲਾਂ ਨੂੰ ਹੱਲ ਕਰੂਗਾ, ਉਹਦਾ ਸਾਥ ਦੇਵਾਂਗੇ ਜੇ ਅਸੀਂ ਪੂਰੇ ਪੰਜਾਬ ਦੇ ਵਿੱਚ। ਬੀਜੇਪੀ ਕਹਿ ਰਹੀ ਹੈ, ਲੱਗਦਾ ਨਹੀਂ ਬੀਜੇਪੀ 'ਚ ਤਾਂ ਨਹੀਂ ਕਦੇ ਜੁਆਇਨ ਹੋਣ ਦੀ ਕੋਸ਼ਿਸ਼ ਕਰਦੀ? ਨਹੀਂ, ਵੇਖੋ ਜੀ, ਬੀਜੇਪੀ ਦਾ ਕੋਈ ਅਜੇ ਵਾਸਤਾ ਨਹੀਂ ਆ। ਮਤਲਬ ਮੈਂ ਇਹੀ ਬੇਨਤੀ ਕਰ ਰਿਹਾ ਵੀ ਜਿਹੜਾ ਸਾਡੇ ਮਸਲਿਆਂ ਨੂੰ ਹੱਲ ਕਰੂਗਾ, ਪੰਜਾਬ ਦੇ ਮਸਲਿਆਂ ਨੂੰ ਹੱਲ ਕਰੂਗਾ ਔਰ ਪ੍ਰੂਫ ਦਊਗਾ ਵੀ ਵਾਕਿਆ ਮੈਂ ਮਸਲਿਆਂ ਨੂੰ ਹੱਲ ਕਰੂੰਗਾ, ਆਪਣੀ ਜ਼ੁਬਾਨ ਪਕਾਉਂਗਾ, ਉਹਦਾ ਅਸੀਂ ਮੋਢਾ ਜੋੜ ਕੇ ਸਾਥ ਦੇਵਾਂਗੇ ਜੀ ਸਾਰੇ ਜਣੇ। ਲਾਲੀ ਮਜੀਠੀਆ ਹੋਣਾ ਦਾ ਮੈਂ ਫਿਰ ਉੱਥੇ ਆਊਂਗਾ, ਤੁਸੀਂ ਬਹੁਤ ਸਾਥ ਦਿੱਤਾ, ਤੁਹਾਡੇ ਨਾਲ ਬੜੇ ਸਾਰੇ ਵਰਕਰ ਸੀਗੇ ਜਿਨ੍ਹਾਂ ਨੇ ਉਹਨਾਂ ਦਾ ਸਾਥ ਦਿੱਤਾ। ਕੀ ਉਹਨਾਂ ਵੱਲੋਂ ਤੁਹਾਡੇ ਨਾਲ ਕੋਈ ਗੱਲਬਾਤ ਕੀਤੀ ਕਿ ਜਦੋਂ ਪਾਰਟੀ ਛੱਡਣੀ ਸੀਗੀ, ਕਿ ਸਿਰਫ ਆਪਣਾ ਹੀ ਉਹਨਾਂ ਨੇ ਡਿਸੀਜਨ ਲਿੱਤਾ?
ਮੇਰੇ ਹਿਸਾਬ ਦੇ ਨਾਲ ਉਹਨਾਂ ਨੇ ਸਿਰਫ ਆਪਣੇ ਤੌਰ ਤੇ ਡਿਸੀਜਨ ਲਿਆ, ਸਾਡੇ ਨਾਲ ਇਸ ਮੰਚ ਕੋਈ ਉਹਨਾਂ ਵਿਚਾਰ ਨਹੀਂ ਕੀਤੀ ਜੀ। ਲੱਗਦਾ ਹੈ ਕਿ ਇਹ ਨੁਕਸਾਨ ਹੋਏਗਾ ਮਜੀਠੇ ਦੇ ਵਿੱਚ ਉਹਨਾਂ ਨੂੰ, ਜਿਹੜਾ ਤੁਹਾਡੇ ਵਰਗੇ ਜੁਝਾਰੂ ਜਿਹੜੇ ਵਰਕਰ ਸੀ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ? ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਜੀ, ਉਹ ਜਦੋਂ ਗਏ ਆ ਕੁਝ ਸੋਚ ਕੇ ਚੰਗੇ ਲਈ ਸੋਚ ਕੇ ਗਏ ਹੋਣਗੇ ਜੀ। ਇੱਥੇ ਉਹਨਾਂ ਦੀ ਆਪਣੀ ਸੋਚ ਆ ਜੀ। ਹੁਣ ਤੁਸੀਂ ਅਪਕਮਿੰਗ ਤੁਹਾਡਾ ਕੀ ਪਲਾਨ ਹੈ, ਹੁਣ ਕੀ ਕਰੋਗੇ ਇਨ ਫਿਊਚਰ? ਥੋੜਾ ਟਾਈਮ ਦਿਓ ਜੀ, ਤੇ ਤੁਹਾਨੂੰ ਦੱਸ ਦਾਂਗੇ, ਜ਼ਰੂਰ ਦੱਸਾਂਗੇ ਜੀ। ਸੋ ਇਹ ਸਨ ਜਸਮਿੰਦਰ ਸਿੰਘ ਜੀ, ਜੋ ਕਿ ਕਾਂਗਰਸ ਪਾਰਟੀ ਲਈ ਮਜੀਠੇ ਹਲਕੇ ਤੋਂ ਬਹੁਤ ਜੁਝਾਰੂ ਵਰਕਰ ਨੇ। ਲਗਾਤਾਰ ਹੀ ਇਹਨਾਂ ਵੱਲੋਂ ਬਹੁਤ ਸਾਰੇ ਇਹਨਾਂ ਦੇ ਖਿਲਾਫ ਜਿਹੜੇ ਨੇ ਮਾਮਲੇ ਵੀ ਦਰਜ ਕੀਤੇ ਗਏ ਮਜੀਠੇ ਦੇ ਵਿੱਚ, ਚਾਹੇ ਉਹ ਬਿਕਰਮ ਸਿੰਘ ਮਜੀਠੀਆ ਹੋਵੇ ਤੇ ਚਾਹੇ ਕਾਂਗਰਸ ਪਾਰਟੀ ਦੇ ਦੌਰਾਨ ਹੀ ਜਿਹੜੇ ਨੇ ਇਹਨਾਂ ਤੇ ਮਾਮਲੇ ਦਰਜ ਕੀਤੇ ਗਏ ਨੇ। ਇਹਨਾਂ ਦਾ ਇਹੀ ਕਹਿਣਾ ਹੈ ਕਿ 1984 ਨੂੰ ਲੈ ਕੇ ਜਿਹੜੇ ਮੇਨ ਵਿਕਟਮਸ ਨੇ ਉਹਨਾਂ ਨੂੰ ਵੱਡੇ ਵੱਡੇ ਅਹੁਦਿਆਂ ਤੇ ਨਾ ਬਿਠਾਇਆ ਜਾਵੇ, ਔਰ ਖਾਸ ਤੌਰ ਤੇ ਚਰਨਜੀਤ ਸਿੰਘ ਚੰਨੀ ਦੇ ਫੇਸ ਤੇ ਹੀ 2022 ਦੀ ਜਿਹੜੀ ਚੋਣ ਲੜੀ ਜਾਵੇ, ਨਹੀਂ ਤਾਂ ਉਹਨਾਂ ਵੱਲੋਂ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਦਾ ਜਿਹੜਾ ਵਿਰੋਧ ਉਹ ਵੀ ਕੀਤਾ ਜਾਵੇਗਾ। ਕੈਮਰਾਮੈਨ ਮਨੋਜ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।